ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਹੀ। ਸੋ ਪਹਿਲਾਂ ਮਾਫੀ ਚਾਹੁੰਦਾ ਕਿ ਅੱਜ ਵਾਲੀ ਲਾਈਵ ਸਟਰੀਮ ਜਿਹੜੀ ਉਹ ਨਹੀਂ ਚੱਲ ਸਕੀ ਹੈ ਨੈਟਵਰਕ ਦੀ ਸਮੱਸਿਆ ਦੇ ਕਰਕੇ, ਪਰ ਅਸੀਂ ਅੱਜ ਦਾ ਦਿਨ ਜਿਹੜਾ ਉਹ ਵੇਸਟ ਨਹੀਂ ਜਾਣ ਦੇਵਾਂਗੇ, ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿਖਾਵਾਂਗੇ। ਸੋ ਇਸ ਲਈ ਅੱਜ ਦੇ ਦਿਨ ਲਈ ਮਾਫੀ। ਸੋ ਅੱਜ ਅਸੀਂ ਆਫਲਾਈਨ ਹੀ ਜਿਹੜਾ ਹੈ ਚੈਪਟਰ ਕੁਐਸਚਨ ਨੂੰ ਅਪਲੋਡ ਕਰ ਦੇਵਾਂਗੇ। ਕੱਲ੍ਹ ਤੋਂ 5:30 ਵਜੇ ਦੁਬਾਰਾ ਅਸੀਂ ਜਿਹੜਾ ਲਾਈਵ ਸਟਰੀਮ ਦੇ ਵਿੱਚ ਆਵਾਂਗੇ ਔਰ ਨਵੇਂ ਜਿਹੜੇ ਕੁਐਸਚਨ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ। ਸੋ ਮਾਫੀ ਚਾਹੁੰਦੇ ਇੱਕ ਵਾਰ ਤੋਂ ਫਿਰ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਪਾਰਲੀਮੈਂਟ ਅਤੇ ਜਿਹੜੇ ਲੋਕ ਸਭਾ ਦੇ ਸੈਕਸ਼ਨ ਦੇ ਨਾਲ ਸਦਨ ਦੇ ਨਾਲ ਸੰਬੰਧਿਤ ਕੁਐਸਚਨ ਨੇ, ਸਿਲੈਕਟਡ ਕੁਐਸਚਨ ਨੇ ਸਾਰੇ ਹੀ ਮਾਸਟਰ ਕੈਡਰ ਦੇ ਲਈ। ਪਾਰਟ 2 ਹੈਗਾ ਐਂਡ ਫਸਟ ਪਾਰਟ ਜਿਹੜਾ ਇਸ ਦਾ ਹੈਗਾ ਉਹ ਅਸੀਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ। ਸੋ ਉਸ ਨੂੰ ਦੇਖਣ ਦੇ ਲਈ ਤੁਸੀਂ ਪਲੇਲਿਸਟ ਦੇ ਵਿੱਚ ਜਾ ਸਕਦੇ ਹੈਗੇ ਹੋਗੇ। ਸੋ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹੈਗੇ ਅੱਜ ਦਾ ਸੈਸ਼ਨ। ਔਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੀ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ। ਮਾਸਟਰ ਕੈਡਰ ਦੀ ਜਿਹੜੀ ਵਧੀਆ ਪ੍ਰੀਪਰੇਸ਼ਨ ਦੇ ਲਈ ਤੁਹਾਡੇ ਲਈ ਵਧੀਆ ਜਿਹੜੇ ਕੁਐਸਚਨ ਲੈ ਕੇ ਆਵਾਂਗੇ। ਤੁਹਾਡੇ ਜਿਹੜੇ ਰਿਸਪੌਂਸ ਦੀ ਸਾਨੂੰ ਉਡੀਕ ਹੈ, ਜਿੰਨਾ ਵਧੀਆ ਰਿਸਪੌਂਸ ਆਵੇਗਾ ਉਨੇ ਹੀ ਅੱਛੀ ਹੋਰ ਜਿਹੜੀ ਕੁਐਸਚਨ ਤੁਹਾਡੇ ਲੈ ਕੇ ਆਵਾਂਗੇ। ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ ਤਾਂ ਜੋ ਸਾਨੂੰ ਵੀ ਜਿਹੜਾ ਹੌਸਲਾ ਮਿਲਦਾ ਰਹੇ। ਸੋ ਫਸਟ ਕੁਐਸਚਨ ਅੱਜ ਦਾ, ਕਿਹੜੇ ਦੇਸ਼ ਵਿੱਚ ਸੰਸਦ ਜਿਹੜੀ ਪ੍ਰਭੂ ਸੱਤਾ ਸੰਪੰਨ ਸੰਸਥਾ ਹੈਗੀ ਹੈ? ਆਪਸ਼ਨ 1 ਹੈ ਭਾਰਤ ਹੈ, ਆਪਸ਼ਨ 2 ਹੈ ਅਮਰੀਕਾ, ਆਪਸ਼ਨ 3 ਹੈ ਬਰਤਾਨੀਆ, ਆਪਸ਼ਨ 4 ਹੈ ਇਟਲੀ। ਸੋ ਕਿਹੜੇ ਦੇਸ਼ ਦੇ ਵਿੱਚ ਜਿਹੜੀ ਪਾਰਲੀਮੈਂਟ ਉਹ ਪ੍ਰਭੂ ਸੱਤਾ ਸੰਪੰਨ ਹੈਗੀ ਯਾਨੀ ਕਿਸੇ ਵੀ ਤਰ੍ਹਾਂ ਦੀ ਉਹਦੇ ਉੱਪਰ ਜਿਹੜੀ ਬੰਦਿਸ਼ ਉਹ ਨਹੀਂ ਲੱਗੀ ਹੋਈ ਹੈਗੀ। ਸੋ ਇਸ ਦਾ ਸਹੀ ਆਨਸਰ ਹੈ ਬਰਤਾਨੀਆ। ਬਰਤਾਨੀਆ ਜਿਹੜੀ ਉਹ ਸੰਸਾਰ ਦੇ ਵਿੱਚ ਇੱਕੋ ਜਿਹੀ ਪਾਰਲੀਮੈਂਟ ਵਾਲੀ ਸਿਸਟਮ ਹੈਗਾ ਜਿੱਥੇ ਪ੍ਰਭੂ ਸੱਤਾ ਸੰਪੰਨ ਹੈਗੀ ਕੋਈ ਉੱਥੇ ਬੰਦਿਸ਼ ਨਹੀਂ ਹੈਗੀ। ਜਿਵੇਂ ਕਿ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਹੋ ਗਿਆ, ਪ੍ਰੈਜ਼ੀਡੈਂਟ ਹੋ ਗਿਆ, ਉਹ ਕੀ ਹੈਗਾ ਕਿ ਜੇਕਰ ਪਾਰਲੀਮੈਂਟ ਕੋਈ ਵੀ ਕਾਨੂੰਨ ਬਣਾਉਂਦੀ ਹੈ, ਲਾਅ ਬਣਾਉਂਦੀ ਹੈ ਤਾਂ ਉਸ ਨੂੰ ਉਹ ਰੋਕ ਸਕਦਾ ਹੈਗਾ। ਬਟ ਬਰਤਾਨੀਆ ਦੇ ਵਿੱਚ ਅਜਿਹਾ ਸਿਸਟਮ ਨਹੀਂ ਹੈਗਾ। ਪਾਰਲੀਮੈਂਟ ਆਪਣਾ ਸੁਤੰਤਰ ਰੂਪ ਦੇ ਵਿੱਚ ਆਪਣਾ ਕੰਮ ਕਰਦੀ ਹੈਗੀ ਹੈ। ਸੋ ਨੈਕਸਟ ਕੁਐਸਚਨ ਹੈ ਜੀ 2 ਨੰਬਰ, ਲੋਕ ਸਭਾ ਵਿੱਚ ਅਨੁਸੂਚਿਤ ਜਾਤੀ ਲਈ ਕਿੰਨੀਆਂ ਜਿਹੜੀਆਂ ਸੀਟਾਂ ਨੇ ਉਹ ਰਾਖਵੀਆਂ ਰੱਖੀਆਂ ਗਈਆਂ ਹਨ? ਸੋ ਆਪਸ਼ਨ 1 ਹੈ 47, ਆਪਸ਼ਨ 2 ਹੈ 50, ਆਪਸ਼ਨ 3 ਹੈ 84 ਅਤੇ ਆਪਸ਼ਨ 4 ਹੈ 42। ਸੋ ਲੋਕ ਸਭਾ ਦੇ ਵਿੱਚ ਅਨੁਸੂਚਿਤ ਜਾਤੀਆਂ ਦੀ ਜਿਹੜੀ ਸੀਟਾਂ ਜਿਹੜੀਆਂ ਰਾਖਵੀਆਂ ਰੱਖੀਆਂ ਗਈਆਂ ਨੇ ਉਹਨਾਂ ਦਾ ਸਹੀ ਆਨਸਰ ਹੈ 84 ਸੀਟਾਂ ਨੇ ਜਿਹੜੀਆਂ ਅਨੁਸੂਚਿਤ ਜਾਤੀਆਂ ਦੇ ਲਈ ਰੱਖੀਆਂ ਗਈਆਂ ਨੇ। ਔਰ ਇਹ 2009 ਦੇ ਵਿੱਚ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ 84 ਜਿਹੜੀਆਂ ਸੀਟਾਂ ਨੇ ਉਹ ਅਨੁਸੂਚਿਤ ਜਾਤੀਆਂ ਦੇ ਲਈ ਰਾਖਵੀਆਂ ਹਨ। ਨੈਕਸਟ ਹੈ ਜੀ 3 ਨੰਬਰ ਕੁਐਸਚਨ, ਲੋਕ ਸਭਾ ਵਿੱਚ ਅਨੁਸੂਚਿਤ ਕਬੀਲਿਆਂ ਲਈ ਕਿੰਨੀਆਂ ਸੀਟਾਂ ਨੇ? ਫਸਟ ਸੀਗਾ ਅਨੁਸੂਚਿਤ ਜਾਤੀ, ਹੁਣ ਅੱਗੇ ਗੱਲ ਕੀ ਅਨੁਸੂਚਿਤ ਕਬੀਲਿਆਂ ਦੇ ਲਈ। ਆਪਸ਼ਨ 1 ਹੈ 84 ਸੀਟਾਂ ਨੇ, ਆਪਸ਼ਨ 2 ਹੈ 47 ਸੀਟਾਂ ਨੇ, ਆਪਸ਼ਨ 3 ਹੈ 40 ਅਤੇ ਆਪਸ਼ਨ 4 ਹੈ ਜੀ 42। ਸੋ ਲੋਕ ਸਭਾ ਵਿੱਚ ਅਨੁਸੂਚਿਤ ਕਬੀਲਿਆਂ ਦੇ ਲਈ ਜਿਹੜੀਆਂ ਸੀਟਾਂ ਨੇਗੀਆਂ ਉਹ 47 ਸੀਟਾਂ ਨੇਗੀਆਂ। ਸੋ ਇਹਨਾਂ ਦਾ ਜ਼ਿਕਰ ਵੀ ਜਿਹੜਾ ਉਹ 2009 ਦੇ ਵਿੱਚ ਜਿਹੜਾ ਕਾਨੂੰਨ ਪਾਸ ਹੋਇਆ ਸੀਗਾ ਉਸ ਦੇ ਵਿੱਚ ਕੀਤਾ ਗਿਆ ਸੀਗਾ। ਨੈਕਸਟ ਹੈ ਜੀ 4 ਨੰਬਰ ਕੁਐਸਚਨ, ਲੋਕ ਸਭਾ ਵਿੱਚ ਜਿਹੜੀਆਂ ਤੇਲੰਗਾਨਾ ਸਟੇਟ ਲਈ ਕਿੰਨੀਆਂ ਸੀਟਾਂ ਹਨ? ਤੇਲੰਗਾਨਾ ਸਟੇਟ ਲਈ ਲੋਕ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇਗੀਆਂ? ਸੋ ਆਪਸ਼ਨ 1 ਹੈ 25 ਸੀਟਾਂ ਨੇ, ਆਪਸ਼ਨ 2 ਹੈ 54 ਸੀਟਾਂ ਨੇ, ਆਪਸ਼ਨ 3 ਹੈ ਜੀ 56 ਸੀਟਾਂ ਨੇ ਅਤੇ ਆਪਸ਼ਨ 4 ਹੈਗਾ ਜੀ 17 ਸੀਟਾਂ ਨੇ। ਸੋ ਤੇਲੰਗਾਨਾ ਜਿਹੜਾ ਉਹ ਨਵੀਂ ਸਟੇਟ ਬਣੀ ਸੀ। ਸੋ ਉਸ ਲਈ ਜਿਹੜੀ ਸੀਟਾਂ ਨੇਗੀਆਂ ਲੋਕ ਸਭਾ ਦੇ ਵਿੱਚ ਉਹ ਹਨ 17 ਸੀਟਾਂ। ਸੋ ਰਾਈਟ ਆਨਸਰ 17 ਸੀਟਾਂ ਨੇ। ਨੈਕਸਟ ਹੈ ਜੀ 5 ਨੰਬਰ ਕੁਐਸਚਨ, ਲੋਕ ਸਭਾ ਵਿੱਚ ਜੰਮੂ ਅਤੇ ਕਸ਼ਮੀਰ ਦੀਆਂ ਜਿਹੜੀਆਂ ਕਿੰਨੀਆਂ ਸੀਟਾਂ ਨੇ? ਜੰਮੂ ਕਸ਼ਮੀਰ ਦੀਆਂ ਜਿਹੜੀਆਂ ਨੇ ਸੀਟਾਂ ਲੋਕ ਸਭਾ ਵਿੱਚ ਉਹ ਕਿੰਨੀਆਂ ਨੇਗੀਆਂ? ਸੋ ਆਪਸ਼ਨ 1 ਹੈ ਜੀ 5 ਸੀਟਾਂ ਨੇ, ਆਪਸ਼ਨ 2 ਹੈ 1 ਸੀਟ ਹੈ, ਆਪਸ਼ਨ 3 ਹੈ 2 ਸੀਟਾਂ ਹਨ ਅਤੇ ਆਪਸ਼ਨ 4 ਹੈ ਜੀ 6 ਸੀਟਾਂ ਹਨ। ਸੋ ਜੰਮੂ ਅਤੇ ਕਸ਼ਮੀਰ ਦੇ ਲਈ ਜਿਹੜੀਆਂ ਸੀਟਾਂ ਕਿੰਨੀਆਂ ਨੇ ਲੋਕ ਸਭਾ ਦੇ ਲਈ? ਸੋ ਸਹੀ ਉੱਤਰ ਹੈ ਜੀ 5 ਸੀਟਾਂ ਨੇਗੀਆਂ ਜੰਮੂ ਕਸ਼ਮੀਰ ਦੀਆਂ ਲੋਕ ਸਭਾ ਦੇ ਵਿੱਚ। ਨੈਕਸਟ ਹੈ ਜੀ 6 ਨੰਬਰ ਕੁਐਸਚਨ, ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਨੇ ਕਿਹੜੇ ਰਾਜ ਵਿੱਚ ਹਨ? ਸਭ ਤੋਂ ਵੱਧ ਕਿਹੜੇ ਰਾਜ ਦੀਆਂ ਹਨ? ਸੋ ਆਪਸ਼ਨ 1 ਹੈ ਜੀ ਉੱਤਰਾਖੰਡ, ਆਪਸ਼ਨ 2 ਹੈ ਉੱਤਰ ਪ੍ਰਦੇਸ਼, ਆਪਸ਼ਨ 3 ਹੈ ਪੰਜਾਬ ਅਤੇ ਆਪਸ਼ਨ 4 ਹੈ ਮਹਾਰਾਸ਼ਟਰ। ਸੋ ਲੋਕ ਸਭਾ ਦੇ ਵਿੱਚ ਸਭ ਤੋਂ ਵੱਧ ਸੀਟਾਂ ਜਿਹੜੀਆਂ ਉਹ ਕਿਹੜੇ ਰਾਜ ਦੀਆਂ ਨੇ? ਸੋ ਹਨ ਉੱਤਰ ਪ੍ਰਦੇਸ਼ ਦੀਆਂ। ਸਹੀ ਆਨਸਰ ਇਹਦਾ ਉੱਤਰ ਪ੍ਰਦੇਸ਼ ਹੈਗਾ। ਸੋ ਉੱਤਰ ਪ੍ਰਦੇਸ਼ ਦੇ ਵਿੱਚ 80 ਸੀਟਾਂ ਨੇਗੀਆਂ। ਸਾਰੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸੀਟਾਂ ਨੇ ਉਹ ਉੱਤਰ ਪ੍ਰਦੇਸ਼ ਦੀਆਂ ਹੀ ਨੇ। ਸੋ ਨੈਕਸਟ ਹੈ ਜੀ ਲੋਕ ਸਭਾ ਦੇ ਵਿੱਚ ਸਭ ਤੋਂ ਘੱਟ ਸੀਟਾਂ ਕਿਹੜੇ ਰਾਜ ਦੀਆਂ ਹਨ?
ਆਪਸ਼ਨ 1 ਹੈ ਮਿਜ਼ੋਰਮ, ਆਪਸ਼ਨ 2 ਹੈ ਨਾਗਾਲੈਂਡ, ਆਪਸ਼ਨ 3 ਹੈ ਸਿੱਕਮ ਅਤੇ ਆਪਸ਼ਨ 4 ਹੈ ਆਲ ਆਫ ਥੀਸ। ਸਭ ਤੋਂ ਘੱਟ ਸੀਟਾਂ ਕਿਹਦੇ ਰਾਜ ਦੀਆਂ ਨੇ ਇਹਨਾਂ ਦੇ ਵਿੱਚੋਂ ਲੋਕ ਸਭਾ ਦੇ ਵਿੱਚ? ਸਹੀ ਆਨਸਰ ਹੈ ਆਲ ਆਫ ਥੀਸ, ਕਿ ਮਿਜ਼ੋਰਮ ਹੋ ਗਿਆ, ਸਿੱਕਮ ਹੋ ਗਿਆ ਐਂਡ ਨਾਗਾਲੈਂਡ ਹੋ ਗਿਆ, ਤਿੰਨਾਂ ਹੀ ਰਾਜਾਂ ਦੇ ਵਿੱਚ ਜਿਹੜੀ ਇੱਕ ਇੱਕ ਸੀਟ ਹੈਗੀ ਲੋਕ ਸਭਾ ਦੇ ਲਈ। ਸੋ ਇਸ ਕਰਕੇ ਇਹ ਸਾਰੇ ਦੇ ਸਾਰੇ ਹੀ ਘੱਟ ਸੀਟਾਂ ਵਾਲੇ ਰਾਜ ਹਨ। ਸਭ ਤੋਂ ਘੱਟ ਸੀਟਾਂ ਇਹਨਾਂ ਰਾਜਾਂ ਦੇ ਵਿੱਚ ਹੀ ਹਨ। ਨੈਕਸਟ ਹੈ ਜੀ, ਲੋਕ ਸਭਾ ਦੇ ਸਥਾਨਾਂ ਦੀ ਰਾਜਾਂ ਵਿੱਚ ਵੰਡ ਜਿਹੜੀ ਉਹ ਕਿਸ ਦੇ ਆਧਾਰ 'ਤੇ ਹੁੰਦੀ ਹੈਗੀ, ਯਾਨੀ ਕਿ ਲੋਕ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਹੁੰਦੀਆਂ ਨੇਗੀਆਂ ਬਣਾਈਆਂ ਜਾਂਦੀਆਂ ਨੇ। ਐਗਜ਼ਾਮਪਲ ਦੇ ਤੌਰ 'ਤੇ ਕਿ ਪੰਜਾਬ ਦੇ ਵਿੱਚ ਜਿਹੜੀਆਂ 13 ਸੀਟਾਂ ਆ ਜਾਂਦੀਆਂ ਹੈਗੀਆਂ ਨੇਗੀਆਂ ਔਰ ਉੱਤਰ ਪ੍ਰਦੇਸ਼ ਦੇ ਵਿੱਚ 80 ਸੀਟਾਂ ਹੋ ਜਾਂਦੀਆਂ ਹੈਗੀਆਂ ਨੇਗੀਆਂ। ਤਾਂ ਇਹ ਜਿਹੜੀਆਂ ਸੀਟਾਂ ਬਣਾਈਆਂ ਜਾਂਦੀਆਂ ਨੇ ਉਹ ਕਿਸ ਆਧਾਰ 'ਤੇ ਬਣਾਈਆਂ ਜਾਂਦੀਆਂ ਹੈਗੀਆਂ ਨੇ? ਸੋ ਆਪਸ਼ਨ 1 ਹੈਗਾ ਜੀ ਖੇਤਰਫਲ ਦੇ ਆਧਾਰ ਦੇ ਉੱਪਰ ਬਣਾਈਆਂ ਜਾਂਦੀਆਂ ਸੀਟਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਨੇ। ਆਪਸ਼ਨ 2 ਹੈ ਵਸੋਂ ਦੇ ਆਧਾਰ 'ਤੇ ਉੱਪਰ, ਆਪਸ਼ਨ 3 ਹੈ ਸਾਖਰਤਾ ਦੇ ਆਧਾਰ 'ਤੇ, ਆਪਸ਼ਨ 4 ਹੈ ਵੋਟਰਾਂ ਦੇ ਆਧਾਰ 'ਤੇ। ਸੋ ਲੋਕ ਸਭਾ ਦੇ ਜਿਹੜੇ ਸਥਾਨ ਹੁੰਦੇ ਨੇ, ਸੀਟਾਂ ਜਿਹੜੀਆਂ ਉਹ ਰਾਖਵੀਆਂ ਰੱਖੀਆਂ ਨੇ, ਜਾਣੀ ਨਿਸ਼ਚਿਤ ਕੀਤੀਆਂ ਨੇ ਕਿ ਇਸ ਰਾਜ ਦੀਆਂ ਇੰਨੀਆਂ ਸੀਟਾਂ ਹੋਣੀਆਂ ਚਾਹੀਦੀਆਂ ਨੇ। ਉਸ ਦਾ ਸਹੀ ਆਨਸਰ ਹੈ ਉਹ ਹੈ ਵਸੋਂ। ਜਿੰਨੀ ਜ਼ਿਆਦਾ ਵਸੋਂ ਹੋਵੇਗੀ ਉਨੀ ਹੀ ਜ਼ਿਆਦਾ ਉਸ ਦੀਆਂ ਸੀਟਾਂ ਹੋਣਗੀਆਂ, ਜਿੰਨੀ ਜ਼ਿਆਦਾ ਵਸੋਂ ਘੱਟ ਹੋਵੇਗੀ ਉਨੀਆਂ ਹੀ ਉਸ ਦੀਆਂ ਜਿਹੜੀਆਂ ਸੀਟਾਂ ਨੇ ਉਹ ਘੱਟ ਹੋਣਗੀਆਂ। ਠੀਕ ਹੈ ਜੀ। ਸੋ ਨੈਕਸਟ ਹੈ ਜੀ 9 ਨੰਬਰ ਕੁਐਸਚਨ, ਲੋਕ ਸਭਾ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਸੰਬੰਧੀ ਕਿਹੜੇ ਅਨੁਛੇਦ ਦੇ ਵਿੱਚ ਦੱਸਿਆ ਗਿਆ ਹੈਗਾ? ਆਪਸ਼ਨ 1 ਹੈ ਜੀ ਅਨੁਛੇਦ 79, ਆਪਸ਼ਨ 2 ਹੈ ਅਨੁਛੇਦ 80, ਆਪਸ਼ਨ 3 ਹੈ ਅਨੁਛੇਦ 81 ਅਤੇ ਆਪਸ਼ਨ 4 ਹੈ ਅਨੁਛੇਦ 82। ਸੋ ਲੋਕ ਸਭਾ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਹੈ, ਮਤਲਬ ਕਿ ਜਿਹੜੀ ਵਸੋਂ ਦੇ ਆਧਾਰ ਦੇ ਉੱਪਰ ਜਿਹੜੀ ਗਿਣਤੀ ਹੈ, ਇੱਕ ਤਾਂ ਪਹਿਲਾਂ ਆਪਾਂ ਗੱਲ ਕੀਤੀ ਹੋਈ ਹੈ ਕਿ ਟੋਟਲ ਜਿਹੜੇ ਮੈਂਬਰ ਹੋਣੇ ਚਾਹੀਦੇ ਆ ਉਹ ਅਲੱਗ ਹੈ, ਕੱਲ੍ਹ ਵਾਲੇ ਪਾਰਟ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ। ਬਟ ਜਿਹੜਾ ਕਿ ਅੱਜ ਦੇ ਅਸੀਂ ਇਸ ਕੁਐਸਚਨ ਦੇ ਵਿੱਚ ਗੱਲ ਕਰਦੇ ਹਾਂ ਉਹ ਹੈ ਮੈਂਬਰਾਂ ਦੀ ਜਿਹੜੀ ਗਿਣਤੀ ਹੈ ਸਟੇਟ ਵਾਈਜ਼। ਠੀਕ ਹੈ, ਉਹ ਕਿਸ ਆਧਾਰ ਦੇ ਉੱਪਰ ਦਿੱਤੀ ਗਈ ਸੀਗੀ? ਉਹ ਵਸੋਂ ਦੇ ਆਧਾਰ ਦੇ ਉੱਪਰ ਦਿੱਤੀ ਗਈ ਸੀ ਔਰ ਉਸ ਬਾਰੇ ਜਿਹੜਾ ਜ਼ਿਕਰ ਆ ਉਹ ਕਿਹੜੇ ਅਨੁਛੇਦ ਦੇ ਵਿੱਚ ਕੀਤਾ ਗਿਆ? ਇਹਨਾਂ ਦੇ ਵਿੱਚੋਂ ਸਹੀ ਉੱਤਰ ਹੈ ਅਨੁਛੇਦ 82 ਦੇ ਵਿੱਚ ਇਹ ਚੀਜ਼ ਜ਼ਿਕਰ ਕੀਤੀ ਗਈ ਹੈ ਕਿ ਜਿਹੜੀ ਲੋਕ ਸਭਾ ਦੀਆਂ ਸੀਟਾਂ ਨੇ ਉਹ ਪਾਪੂਲੇਸ਼ਨ ਦੇ ਆਧਾਰ ਦੇ ਉੱਪਰ ਨਿਰਧਾਰਿਤ ਕੀਤੀਆਂ ਜਾਣਗੀਆਂ। ਔਰ 2000 ਦੇ ਵਿੱਚ ਜਿਹੜਾ ਇੱਕ ਸਰਵੇ ਦੇ ਵਿੱਚ ਜਿਹੜਾ ਇੱਕ ਕਾਨੂੰਨ ਪਾਸ ਕੀਤਾ ਸੀ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਹਰ 10 ਸਾਲਾਂ ਬਾਅਦ ਜਦੋਂ ਵੀ ਸੈਂਸਸ ਦੀ ਹੋਵੇਗੀ, ਠੀਕ ਹੈ, ਸੈਂਸਸ ਰਿਕਾਰਡ ਕੀਤੀ ਜਾਵੇਗੀ, ਜਨਗਣਨਾ ਕੀਤੀ ਜਾਵੇਗੀ, ਉਸ ਸਮੇਂ ਤੋਂ ਜਦੋਂ ਵੀ ਪਾਪੂਲੇਸ਼ਨ ਵਧਿਆ ਕਰੇਗੀ ਤੇ ਜਾਂ ਘਟਿਆ ਕਰੇਗੀ ਉਸੇ ਤਰੀਕੇ ਦੇ ਨਾਲ ਜਿਹੜੀ ਸਟੇਟ ਦੀ ਸੀਟਾਂ ਨੇਗੀਆਂ ਲੋਕ ਸਭਾ ਦੇ ਵਿੱਚ ਉਹ ਵੀ ਘੱਟ ਵੱਧ ਕਰ ਦਿਆ ਕਰਨਗੇ। ਨੈਕਸਟ ਹੈ ਜੀ 10 ਨੰਬਰ ਕੁਐਸਚਨ, 2001 ਨੂੰ ਭਾਰਤੀ ਸੰਸਦ ਨੇ ਸੰਵਿਧਾਨਕ ਸੋਧ ਦੁਆਰਾ ਲੋਕ ਸਭਾ ਅਤੇ ਰਾਜ ਸਭਾ ਲਈ ਕੁੱਲ ਸਥਾਨਾਂ ਦੀ ਗਿਣਤੀ ਕਦੋਂ ਜਿਹੜੀ ਨਿਸ਼ਚਿਤ ਕੀਤੀ ਸੀਗੀ? 2001 ਦੇ ਵਿੱਚ, ਠੀਕ ਹੈ, ਯਾਨੀ ਕਿ 2001 ਦੇ ਵਿੱਚ ਸੰਵਿਧਾਨਕ ਸੋਧ ਪਾਸ ਕਰਕੇ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਜਿਹੜੀਆਂ ਕੁੱਲ ਸਥਾਨਾਂ ਦੀ ਜਿਹੜੀ ਗਿਣਤੀ ਉਹ ਨਿਸ਼ਚਿਤ ਕਰ ਦਿੱਤੀ ਗਈ ਸੀਗੀ। ਸੋ ਆਪਸ਼ਨ 1 ਹੈ ਕਦੋਂ ਤੱਕ, ਸੌਰੀ ਇਸ ਚੀਜ਼ ਨੂੰ ਵੀ ਧਿਆਨ ਰੱਖਿਓ, ਕਦੋਂ ਤੱਕ ਜਿਹੜੀ ਨਿਸ਼ਚਿਤ ਕਰ ਦਿੱਤੀ ਗਈ ਸੀਗੀ? ਸੋ ਆਪਸ਼ਨ 1 ਹੈ 2011, ਆਪਸ਼ਨ 2 ਹੈ 2020, ਆਪਸ਼ਨ 3 ਹੈ ਜੀ 2026 ਅਤੇ ਆਪਸ਼ਨ 4 ਹੈ 2022। 2011 ਦੇ ਵਿੱਚ 2001 ਦੇ ਵਿੱਚ ਕਾਨੂੰਨ ਪਾਸ ਕੀਤਾ ਸੀ ਇੰਡੀਅਨ ਪਾਰਲੀਮੈਂਟ ਨੇ ਕਿ ਜਿਹੜੀਆਂ ਸੰਵਿਧਾਨਕ ਸੋਧ ਕਰਕੇ ਉਸਨੇ ਲੋਕ ਸਭਾ ਅਤੇ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਨੇਗੀਆਂ ਉਹ ਨਿਸ਼ਚਿਤ ਕਰ ਦਿੱਤੀਆਂ ਸੀ ਕਿ ਇੰਨੇ ਸਮੇਂ ਤੱਕ ਜਿਹੜਾ ਇਸ ਦੇ ਵਿੱਚ ਤਬਦੀਲੀ ਨਹੀਂ ਕੀਤੀ ਜਾਊਗੀ, ਜਿੰਨੀਆਂ ਹੈਗੀਆਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਓਨੀਆਂ ਹੀ ਰਹਿਣਗੀਆਂ ਇਸ ਸਮੇਂ ਦੇ ਤੱਕ। ਸੋ ਇਹਦਾ ਸਹੀ ਉੱਤਰ ਹੈ 2026 ਤੱਕ ਜਿਹੜੀਆਂ ਇਹ ਗਿਣਤੀ ਹੈਗੀ ਉਹ ਇੰਨੀ ਹੀ ਰਹੇਗੀ, ਯਾਨੀ ਕਿ 552 ਅਤੇ 245 ਜਿਹੜੀ ਗਿਣਤੀ 250 ਜਿਹੜੀ ਗਿਣਤੀ ਹੈ ਉਹ 2026 ਤੱਕ ਰਹੇਗੀ। 2026 ਤੋਂ ਬਾਅਦ ਇਸ ਦੇ ਵਿੱਚ ਜਿਹੜਾ ਨਵਾਂ ਕਾਨੂੰਨ ਬਣੇਗਾ ਕਿ ਕਿੰਨੀ ਜਿਹੜੀ ਸੰਖਿਆ ਦੇ ਵਿੱਚ ਮੈਂਬਰ ਹੋਣੇ ਚਾਹੀਦੇ ਹੈ ਕਿਸੇ ਵੀ ਸਟੇਟ ਦੀ। ਸਹੀ ਆਨਸਰ ਹੈ। ਨੈਕਸਟ ਹੈ ਜੀ 11 ਨੰਬਰ ਕੁਐਸਚਨ, ਅਪ੍ਰੈਲ ਮਈ 2009 ਦੇ ਵਿੱਚ ਹੋਈਆਂ 15ਵੀਂ ਲੋਕ ਸਭਾ ਚੋਣਾਂ ਸਮੇਂ ਭਾਰਤ ਦੇ ਜਿਹੜੀ ਵੋਟਰਾਂ ਦੀ ਉਹ ਗਿਣਤੀ ਕਿੰਨੀ ਸੀਗੀ? ਸੋ ਆਪਸ਼ਨ 1 ਹੈ 71.50 ਕਰੋੜ, ਆਪਸ਼ਨ 2 ਹੈ 71.40 ਕਰੋੜ, ਆਪਸ਼ਨ 3 ਹੈ 70.01 ਕਰੋੜ, ਆਪਸ਼ਨ 4 ਹੈ ਜੀ 70.56 ਕਰੋੜ। ਸੋ ਅਪ੍ਰੈਲ ਮਈ ਦੇ ਵਿੱਚ ਜਿਹੜੇ 2009 ਦੇ ਵਿੱਚ 15ਵੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਸ ਸਮੇਂ ਜਿਹੜੀ ਵੋਟਰਾਂ ਦੀ ਗਿਣਤੀ ਆ ਉਹ ਕਿੰਨੀ ਸੀ? ਸਹੀ ਆਨਸਰ ਹੈ 2 ਨੰਬਰ ਆਪਸ਼ਨ, ਯਾਨੀ ਕਿ 71.40 ਕਰੋੜ ਜਿਹੜੇ ਵੋਟਰ ਸੀਗੇ 2009 ਦੀਆਂ ਅਪ੍ਰੈਲ ਮਈ ਚੋਣਾਂ ਦੇ ਵਿੱਚ 15ਵੀਂ ਲੋਕ ਸਭਾ ਦੇ ਵਿੱਚ। ਨੈਕਸਟ ਹੈ ਜੀ 12 ਨੰਬਰ, ਲੋਕ ਸਭਾ ਦੇ ਮੈਂਬਰ ਆਪਣੀ
ਚੋਣ ਲੜਨ ਲਈ ਵੱਧ ਤੋਂ ਵੱਧ ਕਿੰਨਾ ਖਰਚ ਜਿਹੜਾ ਉਹ ਕਰ ਸਕਦੇ ਨੇ ਚੋਣਾਂ ਦੇ ਉੱਪਰ। ਆਪਸ਼ਨ 1 ਹੈ 40 ਲੱਖ, ਆਪਸ਼ਨ 2 ਹੈ 25 ਲੱਖ, ਆਪਸ਼ਨ 3 ਹੈ 35 ਲੱਖ ਅਤੇ ਆਪਸ਼ਨ 4 ਹੈ ਜੀ 27 ਲੱਖ। ਸੋ ਲੋਕ ਸਭਾ ਦੇ ਜਿਹੜੇ ਮੈਂਬਰ ਆ ਜਦੋਂ ਇਲੈਕਸ਼ਨ ਦੇ ਵਿੱਚੋਂ ਖੜੇ ਹੁੰਦੇ ਨੇ ਤਾਂ ਉਹ ਚੋਣਾਂ ਦਾ ਜਿਹੜਾ ਪੂਰਾ ਢਾਂਚਾ ਤਿਆਰ ਕਰਨ ਦੇ ਲਈ, ਚੋਣਾਂ ਦੇ ਪ੍ਰਚਾਰ ਦੇ ਲਈ ਕਿੰਨਾ ਖਰਚ ਜਿਹੜਾ ਉਹ ਕਰ ਸਕਦੇ ਨੇ। ਸੋ ਇਸ ਦਾ ਸਹੀ ਆਨਸਰ ਹੈ ਜੀ ਉਹ 40 ਲੱਖ ਰੁਪਏ ਜਿਹੜਾ ਉਹ ਖਰਚ ਕਰ ਸਕਦੇ ਨੇ ਕਿ ਆਪਣੀਆਂ ਚੋਣਾਂ ਦੇ ਉੱਪਰ, ਆਪਣੇ ਪ੍ਰਚਾਰ ਦੇ ਲਈ ਜਾਂ ਆਪਣੇ ਹੋਰ ਕਿਸੇ ਏਜੰਡੇ ਦੇ ਲਈ ਚੋਣਾਂ ਦੇ ਦੌਰਾਨ। ਬਟ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਨੇ, ਯਾਨੀ ਕਿ ਇਹ ਚਾਰੋਂ ਹੀ ਆਪਸ਼ਨ ਸਹੀ ਵੀ ਹੋ ਸਕਦੇ ਨੇ ਕਿਉਂਕਿ ਕਈ ਰਾਜ ਛੋਟੇ ਨੇ, ਉਹਨਾਂ ਨੂੰ ਜਿਹੜਾ ਘੱਟ ਪੈਸੇ ਦੀ ਲੋੜ ਪੈਂਦੀ ਹੈ, ਬਟ ਕਈ ਰਾਜ ਜਿਹੜੇ ਵੱਡੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਪੈਸਾ ਖਰਚ ਕਰਨ ਦੀ ਜ਼ਰੂਰਤ ਪੈਂਦੀ ਹੈਗੀ। ਸੋ ਇਸ ਕਰਕੇ ਇਹ ਚਾਰੋਂ ਹੀ ਅਲੱਗ-ਅਲੱਗ ਤਰ੍ਹਾਂ ਦੇ ਵਰਤੇ ਗਏ ਨੇ ਬੁੱਕ ਦੇ ਅਕੋਰਡਿੰਗ। ਬਟ ਜਿਹੜਾ ਰਾਈਟ ਆਨਸਰ ਇਹਨਾਂ ਦੇ ਵਿੱਚੋਂ ਉਹ 40 ਲੱਖ ਹੈ ਨਿਸ਼ਚਿਤਤਾ, ਜਿਹਨੂੰ ਅਸੀਂ ਰਾਈਟ ਆਨਸਰ ਦੇ ਵਿੱਚ ਸਿਲੈਕਟ ਕਰਦੇ ਹਾਂ ਕਿ 40 ਲੱਖ ਜਿਹੜਾ ਵੱਧ ਤੋਂ ਵੱਧ ਜਿਹੜਾ ਖਰਚ ਕਰ ਸਕਦੇ ਹੈਗੇ ਲੋਕ ਸਭਾ ਦੇ ਮੈਂਬਰ, ਇਦੋਂ ਵੱਧ ਉਹ ਖਰਚ ਨਹੀਂ ਕਰ ਸਕਦੇ ਹੈਗੇ। ਨੈਕਸਟ ਹੈ ਜੀ, ਲੋਕ ਸਭਾ ਦੇ ਮੈਂਬਰ ਬਣਨ ਲਈ ਵਿਅਕਤੀ ਦੀ ਉਮਰ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਹੈ। ਆਪਸ਼ਨ 1 ਹੈ 30 ਸਾਲਾਂ ਦੀ, ਆਪਸ਼ਨ 2 ਹੈ 35 ਸਾਲ, ਆਪਸ਼ਨ 3 ਹੈ 25 ਸਾਲ ਅਤੇ ਆਪਸ਼ਨ 4 ਹੈ ਜੀ 18 ਸਾਲ। ਸੋ ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਵਿਅਕਤੀ ਜਿਹੜੀ ਉਮਰ ਆ ਉਹ ਨਿਸ਼ਚਿਤ ਕੀਤੀ ਗਈ ਹੈ ਸੰਵਿਧਾਨ ਦੇ ਅਕੋਰਡਿੰਗ, ਉਹ ਹੈ 25 ਸਾਲ ਦੀ ਉਮਰ। ਯਾਨੀ ਕਿ 25 ਸਾਲ ਦੀ ਉਮਰ ਜਦੋਂ ਪੂਰੀ ਹੋ ਜਾਂਦੀ ਤਾਂ ਉਹ ਵਿਅਕਤੀ ਲੋਕ ਸਭਾ ਦੇ ਮੈਂਬਰ ਬਣਨ ਦੇ ਯੋਗ ਹੋ ਜਾਂਦਾ ਅਤੇ ਲੋਕ ਸਭਾ ਦੀ ਚੋਣ ਆ ਉਹ ਲੜ ਸਕਦਾ ਹੈਗਾ। ਔਰ ਚੋਣ ਲੜਨ ਦੇ ਲਈ ਉਸਨੂੰ ਕੀ ਹੈਗਾ ਗਾ, ਭਾਰਤ ਦਾ ਉਮੀਦਵਾਰ ਹੋਣਾ ਜ਼ਰੂਰੀ ਹੈਗਾ। ਉਹ ਕਿਸੇ ਵੀ ਸਰਕਾਰੀ ਪਦਵੀ ਦੇ ਉੱਪਰ ਜਿਹੜਾ ਨਹੀਂ ਨਿਸ਼ਚਿਤ ਹੋਣਾ ਚਾਹੀਦਾ ਹੈਗਾ ਗਾ, ਨਹੀਂ ਤਾਂ ਉਸਨੂੰ ਕੀ ਹੈਗਾ ਗਾ ਚੋਣ ਲੜਨ ਨਹੀਂ ਦਿੱਤਾ ਜਾ ਸਕਦਾ। ਉਸ ਵਿੱਚ ਉਹ ਸਾਰੀਆਂ ਜਿਹੜੀਆਂ ਯੋਗਤਾਵਾਂ ਹੋਣ ਜੋ ਉਸ ਸੰਧ ਦੇ ਕਾਨੂੰਨ ਦੁਆਰਾ ਨਿਸ਼ਚਿਤ ਕੀਤੀਆਂ ਜਾਂਦੀਆਂ ਨੇ। ਉਹ ਪਾਗਲ ਨਹੀਂ ਹੋਣਾ ਚਾਹੀਦਾ ਹੈਗਾ ਗਾ, ਦਿਵਾਲੀਆ ਨਾ ਹੋਵੇ ਉਹ, ਠੀਕ ਹੈ। ਔਰ ਕਿਸੇ ਅਦਾਲਤ ਨੇ ਉਸ ਨੂੰ ਇਸ ਪਦਵੀ ਲਈ ਅਯੋਗ ਜਿਹੜਾ ਘੋਸ਼ਿਤ ਉਹ ਨਾ ਕੀਤਾ ਹੋਵੇ। ਸੋ ਇਹ ਸਾਰੀਆਂ ਕੁਆਲਿਟੀਆਂ ਜਿਹੜੀਆਂ ਹੋਣੀਆਂ ਜ਼ਰੂਰੀ ਨੇਗੀਆਂ ਤਾਂ ਜੋ ਉਹ ਲੋਕ ਸਭਾ ਦੇ ਜਿਹੜਾ ਮੈਂਬਰ ਬਣਨ ਦੇ ਯੋਗ ਹੋ ਸਕੇ। ਔਰ 25 ਸਾਲ ਦੀ ਜਿਹੜੀ ਉਮਰ ਹੈ ਉਹ ਨਿਸ਼ਚਿਤ ਕੀਤੀ ਹੈ। ਨੈਕਸਟ ਹੈ 14 ਨੰਬਰ ਕੁਐਸਚਨ, ਭਾਰਤੀ ਸੰਸਦ ਦੁਆਰਾ ਬਣਾਏ ਕਾਨੂੰਨਾਂ ਨੂੰ ਕੌਣ ਰੋਕ ਸਕਦਾ ਹੈਗਾ। ਯਾਨੀ ਕਿ ਪਾਰਲੀਮੈਂਟ ਦੁਆਰਾ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਉਹਨਾਂ ਨੂੰ ਕੌਣ ਰੋਕ ਸਕਦਾ ਹੈ। ਆਪਸ਼ਨ 1 ਹੈ ਕੋਈ ਨਹੀਂ ਰੋਕ ਸਕਦਾ, ਆਪਸ਼ਨ 2 ਹੈ ਰਾਸ਼ਟਰਪਤੀ, ਆਪਸ਼ਨ 3 ਹੈ ਸਰਵਉੱਚ ਅਦਾਲਤ ਅਤੇ ਆਪਸ਼ਨ 4 ਹੈ ਜੀ 2 ਅਤੇ 3 ਆਪਸ਼ਨ। ਸੋ ਪਹਿਲਾਂ ਆਪਾਂ ਫਸਟ ਕੁਐਸਚਨ ਦੇ ਵਿੱਚ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਭਾਰਤੀ ਸੰਸਦ ਹੈ ਜਿਹੜੀ ਉਹ ਪ੍ਰਭੂਸੱਤਾ ਸੰਪੰਨ ਨਹੀਂ ਹੈਗੀ ਗੀ, ਬਟ ਬਰਤਾਨੀਆ ਦੀ ਪਾਰਲੀਮੈਂਟ ਉਹ ਪ੍ਰਭੂਸੱਤਾ ਸੰਪੰਨ ਹੈਗੀ ਹੈ। ਸੋ ਇੱਥੇ ਰਾਈਟ ਆਨਸਰ ਜਿਹੜਾ ਉਹ 4th ਨੰਬਰ ਆਪਸ਼ਨ ਹੈ, ਯਾਨੀ ਕਿ ਰਾਸ਼ਟਰਪਤੀ ਅਤੇ ਸਰਵਉੱਚ ਅਦਾਲਤ ਜਿਹੜੀ ਹੈਗੀ ਉਹ ਭਾਰਤੀ ਪਾਰਲੀਮੈਂਟ ਦੁਆਰਾ ਕਿਸੇ ਵੀ ਪ੍ਰਕਾਰ ਦੇ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਉਸ ਨੂੰ ਉਹ ਰੋਕ ਸਕਦੀ ਹੈਗੀ ਜੇਕਰ ਉਹ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ। ਵੈਸੇ ਨਹੀਂ, ਜੇਕਰ ਉਹ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ ਕਾਨੂੰਨ ਤਾਂ ਉਸ ਨੂੰ ਰੋਕ ਸਕਦੀ ਹੈਗੀ ਆ। ਕਾਨੂੰਨ ਨੂੰ ਰੋਕਣ ਦੇ ਲਈ ਰਾਸ਼ਟਰਪਤੀ ਜਿਹੜਾ ਉਹ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਸਕਦਾ ਹੈਗਾ। ਔਰ ਸਰਵਉੱਚ ਅਦਾਲਤ ਹੈ ਜਿਹੜੀ ਉਸਨੂੰ ਨਿਆਇਕ ਪੁਨਰੀਖਣ ਦੀ ਸ਼ਕਤੀ ਦੇ ਦੁਆਰਾ ਰੱਦ ਕਰ ਸਕਦੀ ਹੈ ਕਿ ਇਹ ਜਿਹੜਾ ਲਾਅ ਗਾ ਇਹ ਕੌਂਸਟੀਟਿਊਸ਼ਨ ਦੀ ਉਲੰਘਣਾ ਕਰਦਾ ਹੈਗਾ। ਸੋ ਇਸ ਦੇ ਆਧਾਰ ਦੇ ਉੱਪਰ ਇਹ ਦੋਨੋਂ ਵਿਅਕਤੀ ਨੇ ਜਿਹੜੇ ਭਾਰਤ ਦੇ ਕਾਨੂੰਨਾਂ ਨੂੰ, ਪਾਰਲੀਮੈਂਟ ਦੁਆਰਾ ਬਣਾਏ ਕਾਨੂੰਨ ਨੂੰ ਰੱਦ ਕਰ ਸਕਦੇ ਨੇ ਜਾਂ ਰੋਕ ਸਕਦੇ ਨੇ। ਨੈਕਸਟ ਹੈ 15 ਨੰਬਰ ਕੁਐਸਚਨ, ਰਾਸ਼ਟਰਪਤੀ ਨੂੰ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਕਰ ਸਕੇ। ਸੋ ਇਸ ਨੂੰ ਵੀ ਧਿਆਨ ਨਾਲ ਰੀਡ ਕਰ ਲਿਓ, ਦੋਨੋਂ ਸਦਨਾਂ ਦੀ ਸਾਂਝੀ ਬੈਠਕ ਕਰ ਸਕੇ। ਇਸ ਦੀ ਮਸਤੀਕਾ ਥੋੜ੍ਹੀ ਜਿਹੀ ਕਿਹੜੇ ਅਨੁਛੇਦ ਦੇ ਵਿੱਚ ਜ਼ਿਕਰ ਕੀਤਾ ਹੈ। ਸੋ ਆਪਸ਼ਨ 1 ਹੈ ਅਨੁਛੇਦ 100 ਦੇ ਵਿੱਚ, ਆਪਸ਼ਨ 2 ਹੈ ਅਨੁਛੇਦ 303 ਦੇ ਵਿੱਚ, ਆਪਸ਼ਨ 3 ਹੈ ਅਨੁਛੇਦ 110 ਦੇ ਵਿੱਚ ਅਤੇ ਆਪਸ਼ਨ 4 ਹੈ ਅਨੁਛੇਦ 108 ਦੇ ਵਿੱਚ। ਸੋ ਸਹੀ ਆਨਸਰ ਹੈ ਜਿਹੜਾ ਅਨੁਛੇਦ 108 ਹੈ, ਜਿਸ ਦੇ ਵਿੱਚ ਰਾਸ਼ਟਰਪਤੀ ਨੂੰ ਇਹ ਵਿਸ਼ੇਸ਼ ਅਧਿਕਾਰ ਜਾਂ ਸ਼ਕਤੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਪਰ ਉਹ ਲੋਕ ਸਭਾ ਅਤੇ ਰਾਜ ਸਭਾ ਦੀਆਂ ਦੋਨਾਂ ਦੀਆਂ ਸਾਂਝੀਆਂ ਜਿਹੜੀਆਂ ਉਹ ਮੀਟਿੰਗਸ ਕਰ ਸਕਦਾ ਹੈਗਾ। ਉਹ ਇਸ ਲਈ ਮੀਟਿੰਗਸ ਕਰ ਸਕਦਾ ਹੈ ਕਿਉਂਕਿ ਕਈ ਵਾਰ ਉਹਨਾਂ ਦੇ ਵਿੱਚ ਕਿਸੇ ਬਿੱਲ ਨੂੰ ਲੈ ਕੇ ਮਤਭੇਦ ਹੋ ਸਕਦੇ ਨੇ। ਉਸ ਨੂੰ ਸੋਲਵ ਕਰਨ ਦੇ ਲਈ ਕੀ ਹੈਗਾ ਉਹ 108 ਅਧੀਨ ਜਿਹੜੀ ਉਸਨੂੰ ਸ਼ਕਤੀ ਦਿੱਤੀ ਹੈ ਉਸ ਦੀ ਵਰਤੋਂ ਕਰਕੇ ਉਹ ਦੋਨਾਂ ਸਦਨਾਂ ਦੀ ਜਿਹੜੀ ਇਕੱਠੀ ਮੀਟਿੰਗ ਕਰਕੇ ਉਸ ਨੂੰ ਸੁਲਝਾ ਸਕਦਾ ਹੈ ਜੋ ਉਹਨਾਂ ਦੋਨਾਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੈਗੀ ਕਿਸੇ ਬਿੱਲ ਨੂੰ ਲੈ ਕੇ। ਨੈਕਸਟ ਹੈ ਜੀ 16 ਨੰਬਰ ਕੁਐਸਚਨ, ਕਿਸ ਧਾਰਾ ਦੇ ਆਧਾਰਿਤ ਅਦਾਲਤ ਦੁਆਰਾ ਦਿੱਤੇ ਦੰਡ ਦੇ ਆਧਾਰ 'ਤੇ ਵਿਅਕਤੀ ਨੂੰ ਲੋਕ ਸਭਾ ਦਾ ਮੈਂਬਰ ਬਣਨ ਤੋਂ ਵਾਂਝਿਤ ਨਹੀਂ ਕੀਤਾ ਜਾ ਸਕਦਾ। ਵਾਂਝਿਤ ਨਹੀਂ ਕੀਤਾ ਜਾ ਸਕਦਾ, ਵੀ ਧਿਆਨ ਰੱਖਣਾ ਕਿਸ ਧਾਰਾ ਦੇ ਆਧਾਰਿਤ। ਸੋ ਆਪਸ਼ਨ 1 ਹੈ ਧਾਰਾ 8 ਅਤੇ ਉਪ ਧਾਰਾ 4, ਆਪਸ਼ਨ 2 ਹੈ ਧਾਰਾ 8 ਅਤੇ ਉਪ ਧਾਰਾ 5,
ਆਪਸ਼ਨ 3 ਹੈ ਧਾਰਾ 8 ਅਤੇ ਉਪ ਧਾਰਾ 9 ਅਤੇ ਆਪਸ਼ਨ 4 ਹੈ ਧਾਰਾ 8 ਅਤੇ ਉਪ ਧਾਰਾ 1। ਸੋ ਸਹੀ ਉੱਤਰ ਹੈ ਇਹਦਾ ਧਾਰਾ 8 ਅਤੇ ਉਪ ਧਾਰਾ 4 ਹੈਗੀ ਆ, ਜਿਸ ਦੇ ਆਧਾਰ ਦੇ ਉੱਪਰ ਲੋਕ ਸਭਾ ਦੀ ਚੋਣ ਲੜਨ ਵਾਲੇ ਵਿਅਕਤੀ ਨੂੰ ਉਸ ਦੀ ਚੋਣ ਲੜਨ ਜਾਂ ਮੈਂਬਰ ਬਣਨ ਤੋਂ ਮੈਂਬਰ ਬਣਨ ਤੋਂ ਜਿਹੜਾ ਵਾਂਝਿਤ ਨਹੀਂ ਕਰ ਸਕਦਾ। ਸੋ ਇਹ ਧਾਰਾ 8 ਅਤੇ ਉਪ ਧਾਰਾ 4 ਦੇ ਅੰਡਰ ਆਉਂਦੀ ਹੈਗੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਲੋਕ ਸਭਾ ਦਾ ਮੈਂਬਰ ਬਣਨ ਤੋਂ ਵਾਂਝਿਤ ਨਹੀਂ ਕਰ ਸਕਦੀ, ਰੋਕ ਨਹੀਂ ਸਕਦੀ। ਨੈਕਸਟ ਹੈ ਜੀ 17 ਨੰਬਰ ਕੁਐਸਚਨ, ਉਹ ਵਿਅਕਤੀ ਵਿਧਾਨ ਘਰ ਬਣਿਆ ਰਹਿ ਸਕਦਾ ਹੈ ਜਿਹੜਾ ਡੈਸ਼ ਦਿਨਾਂ ਤੱਕ ਆਪਣੇ ਦੰਡ ਉਚੇਰੀ ਅਦਾਲਤ ਦੁਆਰਾ ਰੁਕਵਾ ਲੈਂਦਾ ਹੈ। ਸੋ ਆਪਸ਼ਨ 1 ਹੈ ਜੀ 15 ਦਿਨਾਂ ਤੱਕ, ਆਪਸ਼ਨ 2 ਹੈ 30 ਦਿਨਾਂ ਤੱਕ, ਆਪਸ਼ਨ 3 ਹੈ 150 ਦਿਨਾਂ ਤੱਕ ਅਤੇ ਆਪਸ਼ਨ 4 ਹੈ 90 ਦਿਨਾਂ ਤੱਕ। ਸੋ ਉਹ ਵਿਅਕਤੀ ਜਿਹੜਾ ਵਿਧਾਨਕਾਰ ਬਣਿਆ ਹੈ, ਠੀਕ ਹੈ, ਔਰ ਉਹ ਆਪਣੇ ਲਈ ਕੀ ਹੈ ਵੱਧ ਤੋਂ ਵੱਧ ਕਿੰਨੇ ਦਿਨਾਂ ਤੱਕ ਜਿਹੜਾ ਉਹ ਆਪਣੇ ਦੰਡ ਨੂੰ ਉਚੇਰੀ ਜਿਹੜੀ ਉੱਚ ਅਦਾਲਤ ਹੈਗੀ ਆ ਉਸ ਦੁਆਰਾ ਰੁਕਵਾ ਸਕਦਾ ਹੈ ਕਿ ਇਸ ਦੰਡ ਨੂੰ ਜਿਹੜਾ ਮਾफ़ ਕੀਤਾ ਜਾਵੇ ਜਾਂ ਮਤਲਬ ਇਸ ਨੂੰ ਜ਼ਿਆਦਾ ਨਾ ਫੈਲਣ ਦਿੱਤਾ ਜਾਵੇ, ਠੀਕ ਹੈ। ਸੋ ਉਹ ਕਿੰਨੇ ਦਿਨਾਂ ਤੱਕ ਜਿਹੜਾ ਇਸ ਦੀ ਅਪੀਲ ਦੇ ਵਿੱਚ ਹੁੰਦਾ ਹੈਗਾ। ਸਹੀ ਉੱਤਰ ਹੈ ਜਿਹੜਾ 90 ਦਿਨ ਹੁੰਦਾ ਹੈ ਕਿ 90 ਦਿਨਾਂ ਤੱਕ ਉਹ ਆਪਣੀ ਅਦਾਲਤ ਨੂੰ ਰੁਕਵਾ ਸਕਦਾ ਹੈ ਜੇਕਰ ਕਿਸੇ ਪ੍ਰਕਾਰ ਦਾ ਉਸ ਨੂੰ ਦੰਡ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਉਹ ਸਰਵਉੱਚ ਅਦਾਲਤ ਦੇ ਦੁਆਰਾ 90 ਦਿਨਾਂ ਤੱਕ ਉਸ ਨੂੰ ਰੁਕਵਾ ਸਕਦਾ ਹੈ। ਨੈਕਸਟ ਹੈ 18 ਨੰਬਰ ਕੁਐਸਚਨ, ਪੀਪਲਸ ਰਿਪਰੈਜ਼ੈਂਟੇਸ਼ਨਸ ਐਕਟ 1951 ਦੀ ਧਾਰਾ 8 ਅਤੇ ਉਪ ਧਾਰਾ 4 ਨੂੰ ਸਰਵਉੱਚ ਅਦਾਲਤ ਨੇ ਕਦੋਂ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਸੀ। ਸੋ ਆਪਸ਼ਨ 1 ਹੈ ਜੀ 10 ਜੁਲਾਈ 2013, ਆਪਸ਼ਨ 2 ਹੈ ਜੀ 10 ਜੁਲਾਈ 2001 ਅਤੇ ਆਪਸ਼ਨ 3 ਹੈ 10 ਜੁਲਾਈ 2011 ਅਤੇ ਆਪਸ਼ਨ 4 ਹੈ 10 ਜੁਲਾਈ 2015। ਸੋ ਸਹੀ ਆਨਸਰ ਹੈ 10 ਜੁਲਾਈ 2013 ਨੂੰ ਸੁਪਰੀਮ ਕੋਰਟ ਨੇ ਜਿਹੜਾ ਇਸ ਨਿਰਣੇ ਨੂੰ ਕੀ ਹੈਗਾ ਜਿਹੜਾ ਕਿ ਪੀਪਲਸ ਆਫ ਰਿਪਰੈਜ਼ੈਂਟੇਸ਼ਨ ਐਕਟ 1951 ਦੇ ਵਿੱਚ ਧਾਰਾ 8 ਦੇ ਉਪ ਧਾਰਾ 4 ਦਾ ਇੱਕ ਕਾਨੂੰਨ ਸੀ, ਉਸ ਨੂੰ ਕੀ ਹੈ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਸੀਗਾ, ਕਿਉਂਕਿ ਇਸ ਨਿਰਣੇ ਦੇ ਵਿੱਚ ਇਹ ਸੀਗਾ ਕਿ ਜਿਸ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਸੀਗਾ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਖੜਾ ਹੋ ਸਕਦਾ ਸੀਗਾ, ਠੀਕ ਹੈ, ਔਰ ਮੈਂਬਰ ਜਿਹੜਾ ਬਣ ਸਕਦਾ ਸੀ, ਔਰ ਬਟ ਜਿਹੜੇ ਵੋਟਰ ਸੀਗੇ ਉਹਨਾਂ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਇਸ ਦੇ ਵਿੱਚ ਨਹੀਂ ਹੁੰਦਾ ਸੀਗਾ। ਇਸ ਐਕਟ ਦੇ ਅਧੀਨ ਵੋਟ ਨਹੀਂ ਦੇ ਸਕਦਾ ਹੁੰਦਾ ਸੀਗਾ, ਬਟ ਚੋਣਾਂ ਦੇ ਵਿੱਚ ਉਹ ਭਾਗ ਲੈ ਸਕਦਾ ਸੀਗਾ। ਪੀਪਲਸ ਰਿਪਰੈਜ਼ੈਂਟੇਸ਼ਨ ਐਕਟ 1951 ਦੇ ਅਧੀਨ ਉਹ ਵੋਟ ਨਹੀਂ ਪਾ ਸਕਦਾ ਸੀ ਪਰ ਚੋਣ ਲੜ ਸਕਦਾ ਸੀ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਤਾਂ ਜਿਹੜੀ ਸੁਪਰੀਮ ਕੋਰਟ ਨੇ ਉਸਨੇ ਇਹ ਫੈਸਲਾ ਲੈਤਾ ਕਿ ਜੇਕਰ ਕੋਈ ਵਿਅਕਤੀ ਜੇਲ੍ਹ ਦੇ ਦੌਰਾਨ, ਠੀਕ ਹੈ, ਜਾਂ ਵੋਟਾਂ ਦੇ ਵਿੱਚ ਵੋਟ ਨਹੀਂ ਪਾ ਸਕਦਾ ਤਾਂ ਫਿਰ ਉਹ ਚੋਣ ਕਿਸ ਤਰੀਕੇ ਨਾਲ ਲੜ ਸਕਦਾ। ਸੋ ਇਸੇ ਕਰਕੇ ਜਿਹੜਾ ਸੁਪਰੀਮ ਕੋਰਟ ਨੇ ਇਸ ਰੂਲ ਨੂੰ ਜਿਹੜਾ ਇਸ ਐਕਟ ਨੂੰ ਜਿਹੜਾ ਉਹ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਸੀ 10 ਜੁਲਾਈ 2013 ਨੂੰ। ਨੈਕਸਟ ਹੈ ਜੀ 19 ਨੰਬਰ ਕੁਐਸਚਨ, 25 ਮਈ 2006 ਨੂੰ ਸੰਸਦ ਨੇ ਬਿੱਲ ਪਾਸ ਕਰਕੇ ਕਿੰਨੀਆਂ ਅਜਿਹੀਆਂ ਪਦਵੀਆਂ ਨੂੰ ਲਾਭ ਦੀ ਪਦਵੀ ਦੇ ਖੇਤਰਾਂ ਤੋਂ ਮੁਕਤ ਕਰ ਦਿੱਤਾ ਸੀਗਾ। ਸੋ ਆਪਸ਼ਨ 1 ਹੈ ਜੀ 67 ਪਦਵੀਆਂ, ਆਪਸ਼ਨ 2 ਹੈ 12 ਪਦਵੀਆਂ, ਆਪਸ਼ਨ 3 ਹੈ 10 ਪਦਵੀਆਂ ਅਤੇ ਆਪਸ਼ਨ 4 ਹੈ 56 ਪਦਵੀਆਂ। 25 ਮਈ 2006 ਨੂੰ ਸੰਸਦ ਨੇ ਪਾਰਲੀਮੈਂਟ ਨੇ ਇੱਕ ਬਿੱਲ ਪਾਸ ਕੀਤਾ ਸੀਗਾ ਜਿਹਦੇ ਵਿੱਚ ਅਜਿਹਾ ਜ਼ਿਕਰ ਕੀਤਾ ਸੀ ਜਿਹੜੀਆਂ ਕੁਛ ਪਦਵੀਆਂ ਦੀ ਜਿਹੜੀ ਗਿਣਤੀ ਕੀਤੀ ਗਈ ਸੀ ਕਿ ਉਹਨਾਂ ਨੂੰ ਲਾਭ ਦੀ ਪਦਵੀਆਂ ਨਹੀਂ ਮੰਨਿਆ ਜਾਵੇਗਾ, ਯਾਨੀ ਕਿ ਜੇਕਰ ਕੋਈ ਵਿਅਕਤੀ ਉਸ ਦੇ ਉੱਪਰ ਕੰਮ ਕਰ ਰਿਹਾ ਹੈ, ਲੱਗਿਆ ਹੋਇਆ ਉਸ ਪਦਵੀ ਦੇ ਉੱਪਰ, ਤਾਂ ਉਸ ਨੂੰ ਕੀ ਹੈਗਾ ਲਾਭਦਾਇਕ ਪਦਵੀ ਨਹੀਂ ਸਮਝਿਆ ਜਾਵੇਗਾ। ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਗ ਲੈ ਸਕਦਾ ਹੈ, ਕਿਉਂਕਿ ਪਹਿਲਾਂ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਜੇਕਰ ਲੋਕ ਸਭਾ ਦੀ ਚੋਣ ਲੜਨਾ ਚਾਹੁੰਦਾ ਉਹ ਕਿਸੇ ਵੀ ਸਰਕਾਰੀ ਪਦਵੀ ਦੇ ਉੱਪਰ ਨਹੀਂ ਹੋਣਾ ਚਾਹੀਦਾ, ਠੀਕ ਹੈ। ਬਟ ਸੰਸਦ ਨੇ ਕੁਛ ਇਸ ਤਰ੍ਹਾਂ ਦੀ ਜਿਹੜੇ ਲਾਭਦਾਇਕ ਪਦਵੀਆਂ ਸੀਗੀਆਂ ਇਹਨਾਂ ਨੂੰ ਮੁਕਤ ਕਰ ਦਿੱਤਾ ਸੀ ਇਸ ਖੇਤਰ ਤੋਂ ਕਿ ਜੇਕਰ ਉਹ ਵਿਅਕਤੀ ਇਹਨਾਂ ਖੇਤਰਾਂ ਦੇ ਵਿੱਚ ਲੱਗਿਆ ਹੋਇਆ ਤਾਂ ਉਸ ਨੂੰ ਕੀ ਹੈ ਸਰਕਾਰੀ ਪਦਵੀ ਦੇ ਉੱਪਰ ਨਹੀਂ ਗਿਣਿਆ ਜਾਵੇਗਾ। ਸੋ ਉਹਨਾਂ ਦੀ ਗਿਣਤੀ ਸੀ ਜਿਹੜੀ ਉਹ 56 ਸੀਗੀ, 56 ਪਦਵੀਆਂ ਸੀਗੀਆਂ, ਉਹਨਾਂ ਨੂੰ ਕੀ ਹੈਗਾ ਲਾਭ ਦੀ ਪਦਵੀ ਤੋਂ ਖੇਤਰ ਤੋਂ ਮੁਕਤ ਕਰ ਦਿੱਤਾ ਸੀਗਾ 25 ਮਈ 2006 ਨੂੰ। ਸੋ ਇਸ ਦੇ ਵਿੱਚ ਕੁਛ ਜਿਹੜੇ ਮੁੱਖ ਪਦ ਸੀਗੇ ਜਿਵੇਂ ਕਿ ਰਾਸ਼ਟਰਪਤੀ ਦਾ ਸਲਾਹਕਾਰ, ਠੀਕ ਹੈ, ਪ੍ਰੀਸ਼ਦ ਦੇ, ਉੱਤਰ ਪ੍ਰਦੇਸ਼ ਦੇ ਵਿਕਾਸ ਪ੍ਰੀਸ਼ਦ, ਇਹ ਕੁਛ ਸੀਗੇ। ਐਂਡ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਦੇ ਪਦ ਵੀ ਜਿਹੜੇ ਲਾਭ ਦੀ ਪਦਵੀ ਦੇ ਵਿੱਚ ਉਹ ਸ਼ਾਮਲ ਨਹੀਂ ਹੁੰਦੇ ਸੀਗੇ। ਸੋ ਇਹਨਾਂ ਪਦਵੀ ਨੂੰ ਕੀ ਹੈਗਾ 56 ਪਦਵੀਆਂ ਸੀ ਟੋਟਲ, ਇਹਨਾਂ ਨੂੰ ਮੁਕਤ ਕਰ ਦਿੱਤਾ ਗਿਆ ਸੀ ਲਾਭਦਾਇਕ ਪਦਵੀਆਂ ਤੋਂ। ਨੈਕਸਟ ਹੈ 20 ਨੰਬਰ ਕੁਐਸਚਨ, ਅਦਾਲਤ ਦੁਆਰਾ ਅਪਰਾਧੀ ਵਿਅਕਤੀ ਕਿੰਨੇ ਸਾਲਾਂ 'ਤੇ ਕਿਹੜਾ ਚੋਣ ਨਹੀਂ ਲੜ ਸਕਦਾ ਹੈਗਾ। ਜੇਕਰ ਅਦਾਲਤ ਦੁਆਰਾ ਕਿਸੇ ਵਿਅਕਤੀ ਨੂੰ ਸਜ਼ਾ ਦਿੱਤੀ ਗਈ ਹੈਗੀ ਆ ਤਾਂ ਉਹ ਕਿੰਨੇ ਸਾਲਾਂ 'ਤੇ ਕਿਹੜਾ ਚੋਣ ਨਹੀਂ ਲੜ ਸਕਦਾ। ਸੋ ਆਪਸ਼ਨ 1 ਹੈ 2 ਸਾਲਾਂ ਤੱਕ, ਆਪਸ਼ਨ 3 ਹੈ, ਆਪਸ਼ਨ 2 ਹੈ 4 ਸਾਲਾਂ ਤੱਕ, ਆਪਸ਼ਨ 3 ਹੈ 5 ਸਾਲਾਂ ਤੱਕ ਅਤੇ ਆਪਸ਼ਨ 4 ਹੈ ਜੀ 6 ਸਾਲਾਂ ਤੱਕ।
ਸੋ ਸਹੀ ਆਂਸਰ ਹੈ 6 ਸਾਲ। ਜੇਕਰ ਅਦਾਲਤ ਨੇ ਕਿਸੇ ਵਿਅਕਤੀ ਨੂੰ ਅਪਰਾਧੀ ਘੋਸ਼ਿਤ ਕੀਤਾ ਹੋਇਆ ਅਤੇ ਉਸ ਨੂੰ ਸਜ਼ਾ ਦਿੱਤੀ ਹੋਈ ਹੈ ਤਾਂ ਉਹ 6 ਸਾਲਾਂ ਦੇ ਇੱਕ ਅਪਰਾਧ ਤੋਂ ਬਾਅਦ ਚੋਣ ਨਹੀਂ ਲੜ ਸਕਦਾ। ਸੋ ਥੈਂਕ ਯੂ ਵੈਰੀ ਮੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ। ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਸੀ। ਸੋ ਆਸ ਕਰਦਾ ਸਭ ਲਈ ਹੈਲਪਫੁਲ ਬਣੇਗੀ, ਸਭ ਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਔਰ ਲਾਈਕ ਵੀ ਕਰ ਦਿਆ ਕਰੋ। ਸੋ ਕੱਲ੍ਹ ਤੋਂ ਫਿਰ ਅਸੀਂ 5:30 ਵਜੇ ਲਾਈਵ ਸਟਰੀਮ ਦੇ ਵਿੱਚ ਹੀ ਹੋਵਾਂਗੇ। ਅੱਜ ਲਈ ਮਾਫੀ ਚਾਹੁੰਦਾ ਕਿਉਂਕਿ ਅੱਜ ਨੈਟਵਰਕ ਦੀ ਪ੍ਰੋਬਲਮ ਕਰਕੇ ਲਾਈਵ ਸੈਸ਼ਨ ਨਹੀਂ ਚੱਲ ਸਕਿਆ। ਥੈਂਕ ਯੂ ਵੈਰੀ ਮੱਚ।